GGN खालसा कॉलेज ਅਤੇ गुजरावाला खालसा एजुकेशनल काउंसिल ਵੱਲੋਂ गुरु अर्जन देव जी ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਰਧਾਂਜਲੀ। ਪੰਜਾਬੀ ਸਾਹਿਤ ਵਿੱਚ ਅਧਿਆਤਮਵਾਦੀ ਕਾਵ ਪ੍ਰਵਾਹ ਆਦਿ ਕਾਲ ਤੋਂ ਹੀ ਬੜਾ ਤੀਬਰ ਤੇ ਬਲਵਾਨ ਰਿਹਾ ਹੈ। ਇਸ ਪਰੰਪਰਾ ਨੂੰ ਸੁਦ੍ਰਿੜ ਕਰਨ ਵਿੱਚ ਪੰਜਵੇਂ ਸਿੱਖ ਸਤਿਗੁਰ ਅਰਜਨ ਦੇਵ ਜੀ ਦੀ ਕਾਲਨਾ ਸਰਵਾਧਿਕ ਵੀ ਹੈ ਤੇ ਸਰਵੋਤਮ ਵੀ। ਪੰਜਾਬੀ ਦੀ ਅਧਿਆਤਮਕ ਕਵਿਤਾ ਨੂੰ ਉਹਨਾਂ ਦਾ ਯੋਗਦਾਨ ਵਿਰਾਟਾਕਾਰੀ ਤੇ ਦੀਰਘ ਪ੍ਰਭਾਵੀ ਹੋਣ ਤੋਂ ਇਲਾਵਾ ਵਿਸਤਾਰਦਾਇਕ ਵੀ ਹੈ। ਗੁਰੂ ਅਰਜਨ ਦੇਵ ਇੱਕ ਪ੍ਰਤਿਸ਼ਠਿਤ ਪ੍ਰਗਿਆਵਾਨ ਤੇ ਚਿੰਤਕ ਅਤੇ ਸਿੱਖ ਵਿਚਾਰਧਾਰਾ ਤੇ ਸਿੱਖ ਜੀਵਨ ਜਾਤ ਦੇ ਨੇਤਾ ਹੋਣ ਤੋਂ ਇਲਾਵਾ ਇੱਕ ਉਤਕ੍ਰਿਸ਼ਟ ਸਾਹਿਤਵੇਤਾ, ਲਲਿਤ ਭਾਵੀ ਕਲਾਕਾਰ ਤੇ ਕਰਮਯੋਗੀ ਰਾਸ਼ਟਰ ਨਿਰਮਾਤਾ ਵੀ ਸਨ। ਆਪਣੇ ਪਵਿੱਤਰ ਜੀਵਨ ਅਤੇ ਉਦਾਤ ਜੀਵਨ ਸ਼ੈਲੀ ਨਾਲ ਉਹਨਾਂ ਨੇ ਪੰਜਾਬ ਦੇ ਜੀਵਨ, ਇਤਿਹਾਸ, ਸੰਸਕ੍ਰਿਤੀ ਅਤੇ ਸਾਹਿਤ ਉੱਤੇ ਇਤਨੇ ਡੂੰਘੇ ਨਕਸ਼ ਅੰਕਿਤ ਕੀਤੇ ਹਨ ਕਿ ਕਾਲ ਗਤੀ ਦੀ ਧੂੜ ਉਹਨਾਂ ਦੀ ਆਭਾ ਨੂੰ ਧੁੰਦਲਾ ਨਹੀਂ ਕਰ ਸਕਦੀ। ਗੁਰੂ ਅਰਜਨ ਦੇਵ ਜੀ ਦਾ ਜੀਵਨ ਸੇਵਾ, ਸਿਮਰਨ, ਸਾਧਨਾ ਤੇ ਸਤ ਅਭਿਆਸ ਦਾ ਜੀਵਨ ਸੀ। ਆਪਣੀ ਸੰਖਿਪਤ ਜਿਹੀ ਆਯੂ ਵਿੱਚ ਉਹਨਾਂ ਨੇ ਮਾਨਵ ਜਾਤੀ ਦੀ ਆਤਮਿਕ ਅਗਵਾਈ ਕਰਨ ਤੋਂ ਅਤਿਰਿਕਤ ਸਮਾਜਿਕ ਜੀਵਨ ਦੀਆਂ ਵਿਵਿਧ ਦਿਸ਼ਾਵਾਂ ਵਿੱਚ ਕਈ ਕਰਾਮਾਤੀ ਕਾਰਜ ਸੰਪੰਨ ਕੀਤੇ। ਭਾਵੇਂ ਆਪ ਦੀਆਂ ਮਹਾਨ ਪ੍ਰਾਪਤੀਆਂ ਦਾ ਅਨੁਮਾਨ ਲਾਉਣਾ ਇੱਕ ਵਿਖਮ ਕਿਰਿਆ ਹੈ, ਤਾਂ ਵੀ ਕੁਝ ਕੁ ਗੱਲਾਂ ਦਾ ਜ਼ਿਕਰ ਜ਼ਰੂਰੀ ਹੈ। ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਡੀ ਦੇਣ ਸਿੱਖ ਧਰਮ ਪਰੰਪਰਾ ਵਿੱਚ ਸ਼ਹੀਦੀ ਦੀ ਮਰਿਆਦਾ ਸਥਾਪਿਤ ਕਰਨਾ ਹੈ। ਆਪਣੇ 7 ਲਕਸ਼ ਦੀ ਪ੍ਰਾਪਤੀ ਲਈ ਸਹਿਜਮਈ ਸੰਘਰਸ਼ ਕਰਦਿਆਂ ਅਤੇ ਹਰ ਪ੍ਰਕਾਰ ਦੇ ਅਤਿਆਚਾਰਾਂ ਦੇ ਸਨਮੁਖ ਸ਼ਾਂਤ ਚਿੱਤ ਤੇ ਅਡੋਲ ਰਹਿੰਦਿਆਂ ਆਪਣੇ ਜੀਵਨ ਦੀ ਆਹੂਤੀ ਦੇਣਾ ਅਥਵਾ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦਾ ਰਿਵਾਜ ਪਾਉਣਾ। ਗੁਰੂ ਅਰਜਨ ਦੇਵ ਤੋਂ ਪਿੱਛੋਂ ਸ਼ਹੀਦੀ ਦੀ ਪ੍ਰਾਪਤੀ ਸਿੱਖ ਸੰਸਕ੍ਰਿਤੀ ਦਾ ਇੱਕ ਵਿਸ਼ੇਸ਼ ਤੇ ਗੌਰਵਸ਼ੀਲ ਆਦਰਸ਼ ਬਣ ਗਿਆ। ਸਿੱਖ ਇਤਿਹਾਸ ਵਿੱਚ ਆਪ ਨੂੰ ਸ਼ਹੀਦਾਂ ਦੇ ਸਿਰਤਾਜ ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। ਗੁਰੂ ਅਰਜਨ ਦੇਵ ਨੂੰ ਸ਼ਿਲਪ ਕਲਾ, ਭਵਨ ਉਸਾਰੀ ਅਤੇ ਨਗਰ ਨਿਰਮਾਣ ਦਾ ਬੜਾ ਸ਼ੌਕ ਸੀ। ਗੁਰਗੱਦੀ ਉੱਤੇ ਬਿਰਾਜਮਾਨ ਹੋਣ ਉਪਰੰਤ 7 ਸਾਲ ਉਹ ਅੰਮ੍ਰਿਤਸਰ ਦਾ ਹਰਿਮੰਦਰ ਤੇ ਸਰੋਵਰ ਬਣਵਾਉਂਦੇ ਰਹੇ। ਇਹੋ ਜਿਹਾ ਹੀ ਇੱਕ ਧਰਮ ਮੰਦਰ ਅਤੇ ਸਰੋਵਰ ਉਹਨਾਂ ਨੇ ਤਰਨਤਾਰਨ ਵਿਖੇ ਬਣਵਾਇਆ। ਅੰਮ੍ਰਿਤਸਰ ਦੇ ਨਿਕਟ ਛੇਹਰਟਾ ਸਾਹਿਬ ਦਾ ਗੁਰਦੁਆਰਾ ਤੇ ਖੂਹ ਅਤੇ ਲਾਹੌਰ ਵਿੱਚ ਬੌਲੀ ਤੇ ਉਸ ਦੇ ਨਾਲ ਦਾ ਗੁਰਦੁਆਰਾ ਵੀ ਆਪ ਦੇ ਸਹਿਜ ਸੁਆਦੀ ਸਾਖੀ ਭਰਦੇ ਹਨ। ਜਲੰਧਰ ਦੇ ਨੇੜੇ ਕਰਤਾਰਪੁਰ ਦਾ ਨਗਰ ਵੀ ਪੰਚਮ ਪਾਤਸ਼ਾਹ ਦਾ ਹੀ ਵਸਾਇਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਆਈਆਂ ਦੇ ਘੇਰੇ ਨੂੰ ਵਿਸਤ੍ਰਿਤ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਪ੍ਰਚਾਰਕ ਨਿਯੁਕਤ ਕੀਤੇ ਅਤੇ ਸਿੱਖੀ ਦੇ ਕਈ ਕੇਂਦਰ ਅਥਵਾ ਸੰਗਤਾਂ ਸਥਾਪਿਤ ਕੀਤੀਆਂ। ਉਹਨਾਂ ਦੇ ਕਾਰਜਕਾਲ ਵਿੱਚ ਗੁਰਮਤਿ ਦਾ ਪ੍ਰਭਾਵ ਦੂਰ ਦੂਰ ਤੱਕ ਪੁੱਜਿਆ ਅਤੇ ਸਿੱਖ ਧਰਮ ਨੇ ਇੱਕ ਸੰਗਠਿਤ ਰੂਪ ਧਾਰਨ ਕੀਤਾ। ਪੰਜਾਬ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇੱਕ ਵਿਸ਼ੇਸ਼ ਸੰਸਕ੍ਰਿਤਿਕ ਦੇਣ ਇਹ ਹੈ ਕਿ ਉਹਨਾਂ ਨੇ ਰਾਗ ਸੰਗੀਤ ਨੂੰ ਸਧਾਰਨ ਲੋਕਾਂ ਵਿੱਚ ਮਕਬੂਲ ਕੀਤਾ। ਸਾਖੀ ਪ੍ਰਚਲਿਤ ਹੈ ਕਿ ਇੱਕ ਵਾਰ ਉਹਨਾਂ ਦੇ ਦਰਬਾਰ ਵਿੱਚ ਹਰੀ ਸੰਕੀਰਤਨ ਕਰਨ ਵਾਲੇ ਰਬਾਬੀ ਸੱਤਾ ਤੇ ਬਲਵੰਡ ਆਪਣੇ ਕਲਾ ਕੌਸ਼ਲ ਦੇ ਅਭਿਮਾਨ ਵਿੱਚ ਆ ਕੇ ਉਹਨਾਂ ਨਾਲ ਨਾਰਾਜ਼ ਹੋ ਗਏ। ਇਸ ਦੇ ਫਲਸਰੂਪ ਗੁਰੂ ਅਰਜਨ ਦੇਵ ਨੇ, ਜੋ ਆਪ ਸੰਗੀਤਾਚਾਰਿਆ ਸਨ, ਸਵੈਮ ਕੀਰਤਨ ਕਰਨਾ ਪ੍ਰਾਰੰਭ ਕਰ ਦਿੱਤਾ। ਸਹਿਜੇ ਸਹਿਜੇ ਸਿੱਖਾਂ ਵਿੱਚ ਕੀਰਤਨ ਆਪ ਕਰਨ ਦੀ ਪਰੰਪਰਾ ਕਾਇਮ ਹੋ ਗਈ। ਗੁਰੂ ਅਰਜਨ ਦੇਵ ਜੀ ਇੱਕ ਅਤ ਮਹਾਨ ਕਾਰਜ ਆਦਿ ਗ੍ਰੰਥ ਦਾ ਸੰਪਾਦਨ ਹੈ। ਆਪ ਨੇ ਪਿਓ ਦਾਦੇ ਦੇ ਸਾਹਿਤਿਕ ਖਜ਼ਾਨੇ ਨੂੰ ਇਕੱਤਰ ਕਰਕੇ ਇੱਕ ਸੁਚੇਤ ਸਾਹਿਤਕਾਰ ਵਾਂਗ ਸਾਹਿਤ ਸੰਭਾਲ ਦਾ ਅਭਿਆਨ ਚਲਾਇਆ। ਸ਼ਾਇਦ ਸਮੁੱਚੇ ਏਸ਼ੀਆ ਮਹਾਦੀਪ ਦੀ ਕਿਸੇ ਵੀ ਭਾਸ਼ਾ ਵਿੱਚ ਉਦੋਂ ਤੱਕ ਇਤਨੇ ਵੱਡੇ ਆਕਾਰ ਦੀ ਕੋਈ ਅਜਿਹੀ ਰਚਨਾ ਪ੍ਰਾਪਤ ਨਹੀਂ ਸੀ ਜਿਸ ਵਿੱਚ ਕਵੀਆਂ ਦੀ ਇੰਨੀ ਵੱਡੀ ਸੰਖਿਆ ਦੇ ਭਗਤੀ ਗੀਤਾਂ ਨੂੰ ਸੰਕਲਿਤ ਕੀਤਾ ਗਿਆ ਹੋਵੇ। ਜੇ ਅਸੀਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੀ ਗੱਲ ਕਰੀਏ ਤਾਂ ਆਦਿ ਗ੍ਰੰਥ ਵਿੱਚ ਸਭ ਤੋਂ ਵਧੇਰੇ ਬਾਣੀ ਗੁਰੂ ਅਰਜਨ ਦੇਵ ਜੀ ਦੀ ਹੀ ਹੈ। ਇਹ ਬਾਣੀ ਇਸ ਅਨੂਪਮ ਗ੍ਰੰਥ ਦੀ ਲਗਭਗ 650 ਪੰਨਿਆਂ ਦੇ ਆਕਾਰ ਦੀ ਹੈ। ਕੁੱਲ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਇੱਕ ਅਨੁਮਾਨ ਅਨੁਸਾਰ ਇਸ ਬਾਣੀ ਦੀਆਂ 60,000 ਦੇ ਕਰੀਬ ਕਾਵ ਤੁਕਾਂ ਅਥਵਾ 6,000 ਤੋਂ ਉੱਤੇ ਕਾਵ ਬੰਦ ਹਨ। ਆਕਾਰ ਦੀ ਇਸ ਵਿਰਾਸਤਾ ਤੋਂ ਅਤਿਰਿਕਤ ਇਸ ਵਿੱਚ ਕਾਵ ਰੂਪਾਕਾਰਾਂ ਦੀ ਵੀ ਵਿਵਿਧਤਾ ਵਿਆਪਕ ਹੈ। ਗੁਰੂ ਅਰਜਨ ਦੇਵ ਜੀ ਦੀਆਂ ਕੁਝ ਬਾਣੀਆਂ ਵਿੱਚੋਂ ਸੁਖਮਨੀ ਸਾਹਿਬ, ਸੁਖਮਨੀ ਗੁਰੂ ਅਰਜਨ ਦੇਵ ਜੀ ਦੀ ਇੱਕ ਸਰਵਪ੍ਰਿਯ ਤੇ ਉਤਕ੍ਰਿਸ਼ਟ ਕਾਵ ਰਚਨਾ ਹੈ।
ਬਾਣੀ ਨਿਰਮਾਣ ਦੇ ਪ੍ਰਸੰਗ ਵਿੱਚ ਇਹ ਇੱਕ ਨਵਾਂ ਤਜਰਬਾ ਹੈ ਜਿਸ ਵਿੱਚ ਉਦਾਤ ਵਿਚਾਰਾਂ ਤੇ ਭਾਵਾਂ ਨੂੰ ਇੱਕ ਮਨਮੋਹਕ ਤੇ ਸੋਹਜ ਭਰੀ ਵਿਧੀ ਵਿੱਚ ਸੂਤਰਬੱਧ ਕੀਤਾ ਗਿਆ ਹੈ। ਇਹ ਨਿਸ਼ਚੈ ਹੀ ਸਭ ਤੋਂ ਲੰਬੇਰੀ ਤੇ ਸਭ ਤੋਂ ਵੱਧ ਪੜ੍ਹੀ ਗਈ ਬਾਣੀ ਹੈ। ਵਿਸ਼ੇ, ਵਸਤੂ, ਵਿਚਾਰਧਾਰਾ, ਸ਼ੈਲੀ, ਸ਼ਬਦ ਯੋਜਨਾ ਤੇ ਸੰਰਚਨਾ ਹਰ ਬਿੰਦੂ ਤੋਂ ਇਹ ਆਪਣੇ ਕਰਤਾ ਦੀ ਇੱਕ ਪ੍ਰਤੀਨਿਧ ਰਚਨਾ ਹੈ। ਸਨਾਤਨੀ ਬਣਤਰ ਦੀ ਇਸ ਬਾਣੀ ਵਿੱਚ ਪੰਚਮ ਪਾਤਸ਼ਾਹ ਨੇ ਆਪਣੇ ਅਧਿਆਤਮਕ ਅਨੁਭਵ ਅਤੇ ਸਾਧਨਾ ਸੰਕਲਪ ਦੇ ਕੁਝ ਵਿਸ਼ੇਸ਼ ਤੱਤਾਂ ਨੂੰ ਵਿਆਖਿਆਮਈ ਤੇ ਭਾਵਾਤਮਕ ਸ਼ੈਲੀ ਵਿੱਚ ਅਭਿਵਿਅਕਤ ਕੀਤਾ ਹੈ। ਆਦਿ ਗ੍ਰੰਥ ਦੀ ਪਾਵਨ ਬੀੜ ਦੇ ਪੰਨਾ 262 ਤੋਂ 296 ਤੱਕ ਅੰਕਿਤ ਗੌੜੀ ਰਾਗ ਦੀ ਇਹ ਰਚਨਾ ਇੱਕ ਪ੍ਰਕਾਰ ਦਾ ਅਧਿਆਤਮਕ ਪਦ ਨਿਬੰਧ ਹੈ। ਸੰਸਕ੍ਰਿਤ ਕਾਵ ਸ਼ਾਸਤਰ ਵਿੱਚ ਨਿਬੰਧ ਸ਼ਬਦ ਕਿਸੇ ਵਿਸ਼ੇ ਉੱਤੇ ਕਲਪਨਾ ਯੁਕਤ ਗਦ ਜਾਂ ਪਦ ਵਿੱਚ ਰਚਿਤ ਗ੍ਰੰਥ ਲਈ ਵਰਤਿਆ ਗਿਆ ਹੈ। ਸੁਖਮਨੀ ਮਨੁੱਖ ਦੀ ਅਧਿਆਤਮਕ ਆਨੰਦ ਦੀ ਅਭਿਲਾਸ਼ਾ ਅਤੇ ਇਸ ਅਭਿਲਾਸ਼ਾ ਦੇ ਸੰਤ੍ਰਿਪਤੀ ਦੇ ਸਾਧਨਾ ਸੰਬੰਧੀ ਵਿਸ਼ੇ ਉੱਤੇ ਦਲੀਲ ਯੁਕਤ ਅਤੇ ਨਿਆਂਪੂਰਨ ਕ੍ਰਮਬੱਧ ਲਿਖੀ ਰਚਨਾ ਹੈ ਜਿਸ ਵਿੱਚ ਇਸ ਦਾ ਕਰਤਾ ਆਪਣੇ ਉਦੇਸ਼ ਦੀ ਵਿਆਖਿਆ ਤੇ ਸਿੱਧੀ ਕਰਨ ਲਈ ਅਨੇਕ ਪ੍ਰਕਾਰ ਦੇ ਸੰਕੇਤਾਂ ਤੇ ਸੰਦਰਭਾਂ ਤੋਂ ਕੰਮ ਲੈਂਦਾ ਹੈ। ਸੁਖਮਨੀ ਦੀਆਂ ਕੁੱਲ 24 ਅਸ਼ਟਪਦੀਆਂ ਹਨ ਅਤੇ ਹਰ ਅਸ਼ਟਪਦੀ ਤੋਂ ਪਹਿਲਾਂ ਇੱਕ ਸ਼ਲੋਕ ਅੰਕਿਤ ਹੈ। ਗੁਰਮਤ ਦੇ ਪੰਡਤਾਂ ਨੇ ਸੁਖਮਨੀ ਦੇ ਕੇਂਦਰੀ ਸੰਦੇਸ਼ ਨੂੰ ਇਸ ਦੀ ਪਹਿਲੀ ਅਸ਼ਟਪਦੀ ਦੇ ਪਹਿਲੇ ਪਦ ਦੀਆਂ ਅੰਤਿਮ ਪੰਕਤੀਆਂ ਵਿੱਚ ਲੱਭਿਆ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ। ਗੌੜੀ ਰਾਗ ਵਿੱਚ ਪੰਨਾ 250 ਤੋਂ 262 ਗੁਰੂ ਅਰਜਨ ਦੇਵ ਜੀ ਦੀ ਇੱਕ ਹੋਰ ਵੱਡ ਆਕਾਰੀ ਬਾਣੀ ਜਿਸ ਵਿੱਚ ਪੌੜੀਆਂ ਦੇ ਆਰੰਭਿਕ ਸ਼ਬਦ ਦੇਵਨਾਗਰੀ ਵਰਣਮਾਲਾ ਦੇ ਅੱਖਰ ਕ੍ਰਮ ਅਨੁਸਾਰ ਹਨ। 52 ਅੱਖਰੀ ਸਾਹਿਤ ਦੀਆਂ ਸਨਾਤਨ ਪ੍ਰਣਾਲੀਆਂ ਵਿੱਚ ਪ੍ਰਚਲਿਤ ਇੱਕ ਪ੍ਰਮਾਣਿਕ ਕਾਵ ਰੂਪਾਕਾਰ ਹੈ ਜਿਸ ਵਿੱਚ ਆਦਿ ਕਾਲ ਤੋਂ ਹੀ ਕਈ ਉੱਨਤ ਭਾਸ਼ਾਵਾਂ ਦੇ ਕਵੀਆਂ ਨੇ ਉਸ ਭਾਸ਼ਾ ਦੀ ਲਿਪੀ ਦੇ ਅੱਖਰ ਕ੍ਰਮ ਅਨੁਸਾਰ ਪਦਾਵਲੀਆਂ ਰਚੀਆਂ। ਇਸ ਕਾਵ ਪਰਿਵਾਰ ਦੇ ਹੋਰ ਰੂਪ ਹਨ ਸ਼ਿਹਰਫੀ, 35 ਅੱਖਰੀ ਜਾਂ ਪੱਟੀ, ਐਕਸਰਾਟਿਕ। ਪ੍ਰਾਚੀਨ ਕਾਲ ਵਿੱਚ ਯੂਨਾਨੀ ਤੇ ਹੀਬਰੂ ਭਾਸ਼ਾਵਾਂ ਵੀ ਇਸ ਕਾਵ ਰੂਪ ਦਾ ਬਹੁਤ ਰਿਵਾਜ ਸੀ। ਗੁਰੂ ਨਾਨਕ ਦੇਵ ਅਤੇ ਗੁਰੂ ਅਮਰਦਾਸ ਦੁਆਰਾ ਆਸਾ ਰਾਗ ਵਿੱਚ ਪ੍ਰਨੀਤ ਪੱਟੀ ਨਾਮਕ ਬਾਣੀਆਂ ਅਥਵਾ ਗੁਰੂ ਨਾਨਕ ਦੇਵ ਦੀ ਰਾਮਕਲੀ ਰਾਗ ਵਿੱਚ ਰਚਿਤ ਬਾਣੀ ਓਅੰਕਾਰ ਵੀ ਇਸੇ ਕਾਵ ਰੂਪ ਦੇ ਉਦਾਹਰਣ ਹਨ। 52 ਅੱਖਰੀ ਦੀਆਂ ਕੁੱਲ 55 ਪੌੜੀਆਂ ਅਤੇ 55 ਹੀ ਸ਼ਲੋਕ ਹਨ। ਮੁੱਢਲਾ ਸ਼ਲੋਕ ਮੰਗਲਾਚਰਨ ਰੂਪ ਹੈ ਜਿਸ ਵਿੱਚ ਅਕਾਲ ਪੁਰਖ ਗੁਰਦੇਵ ਦੀ ਉਸਤਤ ਕੀਤੀ ਗਈ ਹੈ। ਗੁਰਦੇਵ ਹੀ ਸਾਧਕ ਦਾ ਮਾਤਾ, ਪਿਤਾ, ਸੁਆਮੀ, ਸਖਾ, ਬੰਧਪ ਭਾਵ ਸਭ ਕੁਝ ਹੈ। 12ਵਾਂ ਮਾਝ ਰਾਗ ਵਿੱਚ ਸੁਰਬੱਧ ਹੋਈ ਪੰਚਮ ਪਾਤਸ਼ਾਹ ਦੀ ਇੱਕ ਮਨੋਹਰ ਬਾਣੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 133 ਤੋਂ 136 ਤੱਕ ਅੰਕਿਤ ਹੈ। ਰੁੱਤੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 927 ਤੋਂ 29 ਤੱਕ ਰਾਮਕਲੀ ਰਾਗ ਵਿੱਚ ਦਰਜ ਹੈ। ਇਸ ਦੇ 8 ਛੰਦ ਤੇ 16 ਸ਼ਲੋਕ ਹਨ। 12ਵਾਂ ਵਾਂਗ ਹੀ ਰੁੱਤੀ ਵੀ ਇੱਕ ਪ੍ਰਾਚੀਨ ਪ੍ਰਮਾਣਿਕ ਕਾਵ ਰੂਪ ਹੈ ਜੋ ਪੂਰਬੀ ਤੇ ਪੱਛਮੀ ਸਾਹਿਤਿਕ ਪਰੰਪਰਾਵਾਂ ਵਿੱਚ ਆਦਿ ਕਾਲ ਤੋਂ ਹੀ ਪ੍ਰਚਲਿਤ ਰਿਹਾ ਹੈ। ਸੰਸਕ੍ਰਿਤ ਸਾਹਿਤ ਵਿੱਚ ਵਿਸ਼ੇਸ਼ ਕਰਕੇ ਨਾਟਕਾਂ ਤੇ ਮਹਾਂਕਾਵਾਂ ਵਿੱਚ ਇਸ ਦੀ ਵਿਆਪਕ ਵਰਤੋਂ ਹੋਈ ਹੈ। ਸਤਿਗੁਰਾਂ ਨੇ ਇੱਕ ਤਾਂ ਰਿਤੂ ਵਰਣਨ ਦੇ ਪਹਿਲਾਂ ਤੇ ਪਿੱਛੋਂ ਆਦਿਕਾ ਤੇ ਅੰਤਿਕਾ ਦੇ ਛੰਦ ਲਿਖ ਕੇ ਅਤੇ ਦੂਜੇ ਹਰ ਛੰਦ ਤੋਂ ਪਹਿਲਾਂ 2 ਸ਼ਲੋਕ ਲਿਖ ਕੇ ਇਸ ਨੂੰ ਕਾਵ ਰੂਪਾਕਾਰ ਨੂੰ ਨਵਾਂ ਰੂਪ ਅਤੇ ਇੱਕ ਵਿਸ਼ੇਸ਼ ਪ੍ਰਕਾਰ ਦੀ ਪ੍ਰਮਾਣਿਕਤਾ ਪ੍ਰਦਾਨ ਕੀਤੀ ਹੈ। ਗੁਰੂ ਅਰਜਨ ਦੇਵ ਜੀ ਦੀ ਇੱਕ ਹੋਰ ਰਚਨਾ ਜੋ ਵਿਚਾਰ ਅਤੇ ਵਰਣਨ ਵਿਧੀ ਦੋਹਾਂ ਪੱਖਾਂ ਤੋਂ ਹੀ ਇੱਕ ਅਨੁਪਮ ਕਾਵਕ੍ਰਿਤ ਹੈ ਉਹ ਹੈ ਥਿੱਤੀ। ਗੌੜੀ ਰਾਗ ਵਿੱਚ ਸੁਰਬੱਧ ਹੋਈ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 296 ਤੋਂ 300 ਤੱਕ ਅੰਕਿਤ ਹੈ। ਇਸੇ ਨਾਮ ਦੀ ਇੱਕ ਹੋਰ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਬਿਲਾਵਲ ਰਾਗ ਵਿੱਚ ਵੀ ਰਚੀ ਹੋਈ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ 838 ਤੋਂ 840 ਉੱਤੇ ਦਰਜ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸਿਰੀ ਰਾਗ ਵਿੱਚ ਰਚਿਤ ਇੱਕ ਅਲਪਕਾਰੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 77-78 ਉੱਤੇ ਅੰਕਿਤ ਹੈ ਉਹ ਹੈ ਪਹਿਰੇ। ਆਪ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਚੌਥੇ ਸਤਿਗੁਰੂ ਰਾਮਦਾਸ ਜੀ ਨੇ ਵੀ ਇਸ ਕਾਵ ਰੂਪਾਕਾਰ ਵਿੱਚ ਬਾਣੀ ਰਚੀ ਸੀ। ਪਹਿਰਾ ਮੂਲ ਰੂਪ ਵਿੱਚ ਪ੍ਰੇਮ ਕਾਵ ਦਾ ਇੱਕ ਸਨਾਤਨੀ ਰੂਪਾਕਾਰ ਹੈ ਜਿਸ ਵਿੱਚ ਕਾਲ ਦੀ ਗਤੀ ਦੇ ਪ੍ਰਕਰਣ ਵਿੱਚ ਕਿਸੇ ਪ੍ਰੇਮ ਪਾਤਰ ਦੀ ਵਿਯੋਗੀ ਜਾਂ ਸੰਯੋਗੀ ਭਾਵ ਤਰੰਗ ਨੂੰ ਵਰਣਨ ਕੀਤਾ ਜਾਂਦਾ ਸੀ। ਸਿੱਖ ਸਤਿਗੁਰਾਂ ਨੇ ਇਸ ਨੂੰ ਅਧਿਆਤਮਕ ਉਪਦੇਸ਼ ਦਾ ਮਾਧਿਅਮ ਬਣਾਇਆ ਹੈ। 5 ਬੰਦਾਂ ਦੀ ਇਸ ਬਾਣੀ ਵਿੱਚ ਸੰਸਾਰ ਅਸਾਰ ਨੂੰ ਰਹਿਣ ਬਸੇਰਾ
ਅਤੇ ਮਾਨਵ ਜੀਵਨ ਦੀ ਅਵਧੀ ਨੂੰ ਇੱਕ ਰੈਣ ਮਿੱਥ ਕੇ ਇਸ ਦੇ 4 ਭਾਗਾਂ ਗਰਭਾਸ, ਜਨਮ ਤੇ ਬਾਲਪਨ, ਜਵਾਨੀ, ਅਧਪੜ ਅਵਸਥਾ ਅਤੇ ਬੁਢਾਪਾ ਤਥਾ ਮੌਤ ਵਿੱਚ ਦੇ ਵਿਵਹਾਰ ਸੰਬੰਧੀ ਵਿਚਾਰ ਪ੍ਰਗਟ ਕੀਤੇ ਗਏ ਹਨ। 5ਵਾਂ ਬੰਦ ਇੱਕ ਤਰ੍ਹਾਂ ਨਾਲ ਇਸ ਸ਼ਬਦ ਦਾ ਉਪਸੰਹਾਰ ਹੈ, ਜਿਸ ਵਿੱਚ ਪੰਚਮ ਪਾਤਸ਼ਾਹ ਨੇ ਦੀਖਿਆ ਦਿੱਤੀ ਹੈ ਕਿ ਮ੍ਰਿਤ ਉਪਰੰਤ ਮਨੁੱਖ ਆਪਣੇ ਨਾਲ ਕੇਵਲ ਆਪਣੇ ਕਰਮਾਂ ਦੀ ਕਮਾਈ ਹੀ ਲੈ ਜਾਂਦਾ ਹੈ। ਉੱਥੇ ਮਨਮੁੱਖਾਂ ਨੂੰ ਤਾਂ ਕਸ਼ਟ ਸਹਿਣੇ ਪੈਂਦੇ ਹਨ, ਪਰੰਤੂ ਅਕਾਲ ਪੁਰਖ ਦੇ ਭਗਤ ਜਨ ਗੁਰਮੁਖ ਲੋਕ ਅਕਾਲ ਦਰ ਉੱਤੇ ਸ਼ੋਭਾ ਪਾਉਂਦੇ ਹਨ। ਕਹੋ ਨਾਨਕ ਭਗਤ ਸੋਹੀ ਦਰਬਾਰੇ ਮਨਮੁਖ ਸਦਾ ਭਵਾਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕੁੱਲ 22 ਵਾਰਾਂ ਵਿੱਚੋਂ 6 ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਹਨ। ਵਾਰ ਪੰਜਾਬੀ ਦਾ ਮੌਲਿਕ ਕਾਵ ਰੂਪ ਹੈ, ਸਨਾਤਨੀ ਤੇ ਪ੍ਰਮਾਣਿਕ। ਇਹ ਕਾਵ ਰੂਪ ਪੰਜਾਬੀ ਵਿੱਚ ਆਦਿ ਕਾਲ ਤੋਂ ਪ੍ਰਚਲਿਤ ਸੀ ਅਤੇ ਬੜਾ ਲੋਕਪ੍ਰਿਯ ਸੀ। ਇਸ ਨੂੰ ਪੌੜੀ ਜਾਂ ਨਿਸ਼ਾਨੀ ਛੰਦ ਵਿੱਚ ਸੁਰਬੱਧ ਕੀਤਾ ਜਾਂਦਾ ਹੈ। ਕਈ ਵਾਰ ਕੁਝ ਲੋਕ ਵਾਰ ਨੂੰ ਅੰਗਰੇਜ਼ੀ ਦੇ ਕਾਵ ਰੂਪ ਬੈਲਡ ਦਾ ਅਨੁਰੂਪ ਦੱਸਦੇ ਹਨ, ਜੋ ਕਿ ਇੱਕ ਭੁੱਲ ਹੈ। ਬੈਲਡ ਮੱਧ ਕਾਲ ਵਿੱਚ ਵਧੇਰੇ ਪ੍ਰਚਲਿਤ ਰਿਹਾ। ਇਹ ਇੱਕ ਪ੍ਰਕਾਰ ਦਾ ਕਥਾ ਕਾਵ ਹੈ, ਜਿਸ ਵਿੱਚ ਕਿਸੇ ਸਰਲ ਤੇ ਸਾਦਾ ਸ਼ਿੰਗਾਰ ਰਸੀ ਵਾਰਤਾ ਨੂੰ 4 ਚਰਨਾਂ ਵਾਲੇ ਕਾਵਬੰਦਾਂ ਵਿੱਚ ਪ੍ਰਸਤੁਤ ਕੀਤਾ ਜਾਂਦਾ ਹੈ। ਇਸ ਦੇ ਉਲਟ ਵਾਰ ਇੱਕ ਵੀਰ ਰਸੀ ਕਾਵ ਰੂਪ ਹੈ, ਜਿਸ ਦਾ ਉਦੇਸ਼ ਉਤਸ਼ਾਹ, ਉਮਾ ਤੇ ਪ੍ਰਕਰਮ ਦੇ ਭਾਵਾਂ ਨੂੰ ਜਾਗ੍ਰਿਤ ਕਰਕੇ ਪਾਠਕ ਜਾਂ ਸਰੋਤੇ ਨੂੰ ਸ਼ੁਭ ਕਰਮਾਂ ਲਈ ਕਿਰਿਆਸ਼ੀਲ ਹੋਣ ਦੀ ਪ੍ਰੇਰਨਾ ਦੇਣਾ ਹੈ। ਵਾਰਤਾ ਤਾਂ ਵਾਰ ਵਿੱਚ ਵੀ ਹੁੰਦੀ ਹੈ, ਪਰ ਇਹ ਵਾਰ ਦਾ ਪ੍ਰਮੁੱਖ ਤੱਤਵ ਨਹੀਂ ਹੁੰਦਾ। ਇਸੇ ਤਰ੍ਹਾਂ ਕੁਝ ਵਿਦਵਾਨਾਂ ਨੇ ਵੀਰ ਰਸ ਨੂੰ ਕੇਵਲ ਯੁੱਧ ਵਰਣਨ ਤੱਕ ਸੀਮਿਤ ਕਰਨ ਦਾ ਯਤਨ ਕੀਤਾ ਹੈ। ਵਾਸਤਵ ਵਿੱਚ ਸੂਰਬੀਰਤਾ ਤੋਂ ਇਲਾਵਾ ਦਇਆ, ਦਾਨ ਤੇ ਧਰਮ ਪ੍ਰਾਇਣਤਾ ਦੇ ਭਾਵ ਵੀ ਵੀਰ ਰਸ ਉਤਪੰਨ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਧਰਮ ਵੀਰਤਾ ਦਾ ਉਪਦੇਸ਼ ਦਿੰਦੀਆਂ ਹਨ।